सत श्री अकाल, स्वागत है तुहाडा सारिਆਂ ਦਾ NRI वर्ल्ड ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਇਸ ਖੁਸ਼ਗਵਾਰ ਮੌਸਮ ਤੇ ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਅਸੀਂ ਇੱਕ ਵਾਰੀ ਫੇਰ ਤੋਂ ਮੁਖਾਤਬ ਹਾਂ। ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਪੇਸ਼ਕਸ਼। ਸਾਊਥ ਏਸ਼ੀਅਨਸ ਨੂੰ 100 ਸਾਲ ਹੋ ਚੁੱਕੇ ਨੇ ਤੇ ਉਹਨਾਂ ਦਾ ਆਪਣਾ ਇੱਕ ਵਿਲੱਖਣ ਇਤਿਹਾਸ ਵੀ ਹੈ। ਇਹ ਇਤਿਹਾਸ ਆਉਂਦੀ ਪੀੜ੍ਹੀਆਂ ਤੱਕ ਯਾਦ ਰਹੇ, ਇਸ ਲਈ ਇੱਕ ਉਪਰਾਲਾ ਕੀਤਾ ਹੈ ਰਾਣਾ ਵਿਗ ਨੇ ਇਸ ਇਤਿਹਾਸ ਨੂੰ ਕਲਮਬੰਦ ਕਰਨ ਦਾ। ਜੀ ਹਾਂ, ਉਹਨਾਂ ਵੱਲੋਂ ਇੱਕ ਕਿਤਾਬ ਹਿਸਟਰੀ ਆਫ ਸਾਊਥ ਏਸ਼ੀਅਨਸ ਤਿਆਰ ਕੀਤੀ ਗਈ ਹੈ ਤੇ ਹੁਣ ਇਹ ਬੁੱਕ BC ਦੇ ਸਕੂਲਸ ਵਿੱਚ ਵੀ ਪੜ੍ਹਾਈ ਜਾਏਗੀ। ਕੈਨੇਡਾ ਵਿੱਚ ਸਾਊਥ ਏਸ਼ੀਅਨ ਭਾਈਚਾਰਾ ਅਤੇ ਖਾਸ ਕਰ ਪੰਜਾਬੀਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ, ਜਿਸ ਵਿੱਚ ਨਸਲਵਾਦ ਦਾ ਵਿਰੋਧ ਕਰਨਾ, ਵੋਟ ਦਾ ਹੱਕ ਦਿਵਾਉਣਾ ਆਦਿ ਸ਼ਾਮਲ ਹੈ, ਨੂੰ ਕਿਤੇ ਸਾਡੀ ਨਵੀਂ ਪੀੜ੍ਹੀ ਭੁੱਲ ਨਾ ਜਾਵੇ। ਇਸ ਹਿਸਟਰੀ ਨੂੰ ਰਾਣਾ ਵਿਜ ਵੱਲੋਂ ਕਿਤਾਬ 100 ਈਅਰ ਆਫ ਸਾਊਥ ਏਸ਼ੀਅਨ ਵਿੱਚ ਕਲਮਬੰਦ ਕੀਤਾ ਗਿਆ ਹੈ। ਇਹ ਜਿਹੜੀ ਕਿਤਾਬ ਹੈ ਇਹਦੇ 'ਚ 100 ਪਾਇਨੀਅਰਸ ਦੀਆਂ ਸਟੋਰੀਜ਼ ਪੇਸ਼ ਕੀਤੀਆਂ ਨੇ, ਬਹੁਤ ਛੋਟੀ ਛੋਟੀ ਸਟੋਰੀਜ਼ ਪੇਸ਼ ਕੀਤੀਆਂ ਨੇ, ਨਾਟ ਕਿ ਬਹੁਤੀਆਂ ਲੰਬੀਆਂ, ਕਿਉਂਕਿ ਅੱਜ ਕੱਲ੍ਹ ਕਿਸੇ ਨੂੰ ਕੋਈ ਬਹੁਤਾ ਟਾਈਮ ਹੈ ਨਹੀਂ ਪੜ੍ਹਨ ਦਾ। ਸੋ ਇਹ ਜਿਹੜੀ ਛੋਟੀ ਛੋਟੀ ਸਟੋਰੀਜ਼ ਨੇ ਇਹ ਉਹ ਪੜ੍ਹਨਗੇ, ਉਹਨਾਂ ਨੂੰ ਪਤਾ ਲੱਗੇਗਾ। ਫੋਰ ਐਗਜ਼ਾਮਪਲ 1947 ਦੇ ਵਿੱਚ ਸਾਡੀ ਕਮਿਊਨਿਟੀ ਬਹੁਤ ਸਟਰੋਂਗ ਸੀਗੀ ਟੂ ਵਿਨ ਦਾ ਰਾਈਟ ਟੂ ਵੋਟ। ਹਾਂਜੀ, ਉਹ ਕਿਸੇ ਨੂੰ ਪਤਾ ਹੀ ਨਹੀਂ ਹੈ। ਸੋ ਇਹ ਇੰਨਾ ਇੰਪੋਰਟੈਂਟ ਚੀਜ਼ ਹੈ ਸਾਡੀ ਜਿਹੜੀ ਕਮਿਊਨਿਟੀ ਨੇ ਕੀਤੀ ਹੈ। ਇਹ ਚਾਈਨੀਜ਼ ਲੋਕਾਂ ਨੂੰ, ਫਰੈਂਚ ਲੋਕਾਂ ਨੂੰ, ਸਾਰੇ ਲੋਕਾਂ ਨੂੰ, ਸਾਡੇ ਜਿਹੜੇ ਜਿਨ੍ਹਾਂ ਨਾਲ ਅਸੀਂ ਰਹਿੰਦੇ ਹਾਂ, ਨੇਬਰਸ, ਕੋਲੀਗਸ, ਕੋ-ਵਰਕਰਸ ਨੇ, ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚਾਉਣੀ ਬਹੁਤ ਜ਼ਰੂਰੀ ਹੈ। BC ਦੇ ਪ੍ਰੀਮੀਅਰ ਮਾਨਯੋਗ ਕ੍ਰਿਸਟੀ ਕਲਾਰਕ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਅਹਿਮੀਅਤ ਦਿੰਦੇ ਹੋਏ ਇਸ ਕਿਤਾਬ ਨੂੰ BC ਦੇ ਕਈ ਸਕੂਲਸ ਦੇ ਸਿਲੇਬਸ ਵਿੱਚ ਲਵਾ ਦਿੱਤਾ ਹੈ ਅਤੇ ਇੰਡੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਦੌਰਾਨ ਇਹ ਕਿਤਾਬ ਕ੍ਰਿਸਟੀ ਕਲਾਰਕ ਵੱਲੋਂ ਉਹਨਾਂ ਨੂੰ ਗਿਫਟ ਵੀ ਕੀਤੀ ਗਈ ਸੀ। Yes, it's been accepted, I think, in some of the biggest school districts. I think it's been accepted in Surrey as an approved book. Abbotsford, Vancouver, we're continuing to work on that. Minister Peter Fassbender is working closely with Rana Vig on it. And we want to make sure that every school child in the province has a chance to see this document and this video, because it is about the South Asian community, no question, and certainly some of the tragic stories like the Komagata Maru and some of the incredible stories as well. ਮੇਰੇ ਵਰਗੇ ਜਿਹੜੇ ਇੱਥੇ ਫਰਸਟ ਜਨਰੇਸ਼ਨਸ ਕੈਨੇਡੀਅਨ ਨੇ, ਉਹਨਾਂ ਲਈ ਬਹੁਤ ਵਧੀਆ ਇੱਕ ਪਲੇਟਫਾਰਮ ਬਣ ਗਿਆ ਸੀ। ਜਿਹੜੇ ਅਸੀਂ ਸਾਡੇ ਬਜ਼ੁਰਗ ਇੱਥੇ ਪੁਰਾਣੇ ਆਏ, ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਉਹਨਾਂ ਤੋਂ ਅਸੀਂ ਇੰਸਪੀਰੇਸ਼ਨ ਲੈ ਕੇ, ਉਹਨਾਂ ਦੀ ਜਿਹੜੀ ਡੈਡੀਕੇਸ਼ਨ ਸੀ, ਫੋਕਸ ਸੀ ਇਸ ਦੇਸ਼ ਦੀ, ਉਹਨਾਂ ਦੀ ਕਮਿਊਨਿਟੀ ਲਈ, ਉਹਨਾਂ ਨੂੰ ਲੈ ਕੇ ਹੁਣ ਅਸੀਂ ਆਪਣੀ ਜ਼ਿੰਦਗੀ 'ਚ ਉਹਨਾਂ ਨੂੰ ਸਫਰ ਕਰਕੇ ਤਾਂ ਕੈਨੇਡਾ ਨੂੰ ਵਧੀਆ ਬਣਾ ਸਕਦੇ। And I think the lessons that our children learn from understanding the heritage and the history of what our people went through in the province of British Columbia give them motivation and determination and an understanding of what our culture is really like. My children are born in Canada, right? They're born here. They're not born in India. They may love Mother India, but Canada is their country, right? This is where they think they belong for most time. But part of that is maintaining our culture from generation to generation. I want them to know about my father, about my grandparents. I want them to know about the pioneers, because otherwise our children are going to take things for granted that this is normal and everyone in the world gets this. 100 ਈਅਰ ਆਫ ਸਾਊਥ ਏਸ਼ੀਅਨ ਕਿਤਾਬ ਵਿੱਚ 100 ਦੇ ਕਰੀਬ ਪਰਿਵਾਰਾਂ ਦੀ ਕਹਾਣੀਆਂ ਦਰਜ ਹਨ, ਜਿਨ੍ਹਾਂ ਦੀ ਕੁਰਬਾਨੀ ਸਦਕਾ ਅਸੀਂ ਕੈਨੇਡਾ ਦੀ ਧਰਤੀ ਉੱਪਰ ਬੜੀ ਸ਼ਾਨੋ ਸ਼ੌਕਤ ਨਾਲ ਆਪਣੇ ਬਿਜ਼ਨਸ ਅਤੇ ਆਪਣੇ ਕਲਚਰ ਨੂੰ ਬੜਾਵਾ ਦੇ ਰਹੇ ਹਨ। ਕੈਮਰਾਮੈਨ ਸ਼ਾਮ ਸ਼ਾਮਾ ਦੇ ਨਾਲ ਅਮਰਿਤਜੀਤ ਸਿੰਘ, PTC ਨਿਊਜ਼, ਸਰੀ, ਕੈਨੇਡਾ। ਹਰਭਜਨ ਮਾਨ ਦੀ ਆਉਣ ਵਾਲੀ ਫਿਲਮ ਗੱਦਾਰ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਇਹ ਫਿਲਮ ਰਿਲੀਜ਼ ਲਈ ਤਿਆਰ ਹੈ। ਬੀਤੇ ਦਿਨੀ ਇਸ ਫਿਲਮ ਦੀ ਪ੍ਰਮੋਸ਼ਨ ਲਈ ਹਰਭਜਨ ਮਾਨ ਕੈਨੇਡਾ ਪਹੁੰਚੇ, ਜਿੱਥੇ ਜ਼ਿਆਦਾਤਰ ਫਿਲਮ ਦੀ ਸ਼ੂਟਿੰਗ ਵੀ ਹੋਈ ਹੈ। ਇਸ ਮੌਕੇ ਉਹਨਾਂ ਸਾਡੇ ਨਾਲ ਕੀਤੀ ਇੱਕ ਖਾਸ ਗੱਲਬਾਤ ਤੇ ਸਾਡੇ ਨਾਲ ਨੇ ਪੰਜਾਬ ਦੀ ਸ਼ਾਨ, ਪੰਜਾਬ ਦੇ ਮਾਨ ਹਰਭਜਨ ਮਾਨ, ਜੋ ਖਾਸ ਤੌਰ ਤੇ ਕੈਨੇਡਾ ਪਹੁੰਚੇ ਨੇ ਆਪਣੀ ਫਿਲਮ ਗੱਦਾਰ ਦਾ ਟ੍ਰੇਲਰ ਦੇ ਪ੍ਰਮੋਸ਼ਨ ਲਈ। ਸਵਾਗਤ ਹੈ ਤੁਹਾਡਾ PTC ਦੇ ਵਿੱਚ। ਬਹੁਤ ਮਿਹਰਬਾਨੀ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਰਭਜਨ ਜੀ, ਲੋਕਾਂ ਨੂੰ ਬੜੀ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੀ ਬਹੁਤ ਵੱਡੀ ਇੱਕ ਸਸਪੈਂਸ ਥ੍ਰਿਲਰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਬੇਸ਼ੱਕ ਸਸਪੈਂਸ ਫਿਲਮ ਹੈ, ਤੁਸੀਂ ਸਸਪੈਂਸ ਡਿਸਕਲੋਜ਼ ਤਾਂ ਨਹੀਂ ਕਰ ਸਕਦੇ, ਪਰ ਫਿਰ ਵੀ ਜਾਣਨਾ ਚਾਹਾਂਗੇ ਕਿ ਬੇਸਿਕ ਸਟੋਰੀ ਲਾਈਨ ਕੀ ਹੈ ਫਿਲਮ ਦੀ। ਬੇਸਿਕ ਸਟੋਰੀ ਲਾਈਨ ਇਹ ਹੈ ਜੀ ਕਿ ਇੱਕ ਜੋ ਫਿਲਮ ਦਾ ਸਾਡੀ ਦਾ ਮੇਨ ਕਿਰਦਾਰ ਹੈ ਜੈ ਸਿੰਘ, ਉਹਦੇ ਤੇ ਇੱਕ ਟੈਗ ਲੱਗਿਆ ਗਦਾਰਤ। ਉਹ ਟੈਗ ਕਿਉਂ ਲੱਗਿਆ, ਕੀ ਪਿਛੋਕੜ ਹੈ, ਕੀ ਪ੍ਰੈਜ਼ੈਂਟ ਹੈ, ਉਹ ਚੀਜ਼ ਕਿਉਂ ਉਹਨੂੰ, ਕਿਉਂਕਿ ਕਈ ਲੋਕ ਹੁੰਦੇ ਜਿਨ੍ਹਾਂ ਨੂੰ ਕੋਈ ਚੀਜ਼ ਇਸ ਤਰ੍ਹਾਂ ਦਾ ਟੈਗ ਗਦਾਰ ਕਹੀਏ ਤਾਂ ਕੋਈ ਅਸਰ ਨਹੀਂ ਉਹਨਾਂ ਤੇ,
ਲੇਕਿਨ ਇਹ ਇੱਕ ਐਸਾ ਕਿਰਦਾਰ ਹੈ ਕਿ ਉਹਨੂੰ ਇੰਨਾ ਉਹਨੇ ਦਿਲ ਤੇ ਗੱਲ ਇਹ ਲਾਈ ਹੋਈ ਹੈ, ਨਾ ਉਹ ਸੌਂਦਾ ਨਾ ਬਸ ਕੰਮ ਕਰਦਾ, ਆਈਦਰ ਹੀ ਇਜ਼ ਵਰਕਹੋਲਿਕ ਔਰ ਹੀ ਇਜ਼ ਐਲਕੋਹੋਲਿਕ। ਉਹ ਜਿੰਨੀ ਦੇਰ ਉਹ ਟੈਗ ਨਹੀਂ ਆਪਦੇ ਤੋਂ ਉਤਾਰ ਸਕਦਾ ਉਨੀ ਦੇਰ ਉਹ ਆਰਾਮ ਨਾਲ ਉਹਦੀ ਜ਼ਿੰਦਗੀ ਦਾ ਜਿਉਣ ਦਾ ਮਰਨ ਦਾ ਉਹਦੇ ਲਈ ਕੋਈ ਮਕਸਦ ਨਹੀਂ ਹੈ। ਤੇ ਤੁਸੀਂ ਇਹ ਕਿਰਦਾਰ ਅਦਾ ਕੀਤਾ ਹੈ, ਇੱਕ ਨਵਾਂ ਲੁੱਕ ਅਸੀਂ ਦੇਖ ਰਹੇ ਹਾਂ, ਇੱਕ ਨਵੇਂ ਅਵਤਾਰ ਵਿੱਚ ਤੁਸੀਂ ਇਸ ਵਾਰੀ ਦਰਸ਼ਕਾਂ ਦੇ ਸਾਹਮਣੇ ਹੋਵੋਗੇ। ਕਿਸ ਤਰ੍ਹਾਂ ਆਪਣੇ ਆਪ ਨੂੰ ਇਸ ਰੋਲ ਦੇ ਵਿੱਚ ਢਾਲ ਪਾਏ ਹੋ? ਬਹੁਤ ਆਈ ਥਿੰਕ ਐਜ਼ ਐਨ ਐਕਟਰ ਮੈਂ ਪਹਿਲੀ ਵਾਰ ਇੰਨਾ ਮਜ਼ਾ ਲਿਆ ਗਿਆ ਜੀ ਕਿ ਉਸ ਚੀਜ਼ ਦੇ ਮੈਂ ਬਹੁਤ ਨਜ਼ਦੀਕ ਜਾ ਕੇ ਉਸ ਨੂੰ ਉਸ ਤਰ੍ਹਾਂ ਜਿਉਣ ਦੀ ਕੋਸ਼ਿਸ਼ ਕੀਤੀ ਤਕਰੀਬਨ 2 ਸਾਲ। ਔਰ ਮੇਰੇ ਡਾਇਰੈਕਟਰ ਅੰਤੋਜ ਮਾਨਹੁਰਾ ਨੇ ਉਹਨਾਂ ਨੇ ਬਕਾਇਦਾ ਉਹਦੀ ਇੰਨੀ ਤਿਆਰੀ ਕਰਵਾਈ, ਵਰਕਸ਼ਾਪਸ ਅਸੀਂ ਲਗਾਈਆਂ ਇਸ ਕਿਰਦਾਰ ਦੇ ਲਈ, ਉਹਦੀ ਸਾਰੀ ਲੁੱਕ ਤੇ ਕੰਮ ਕੀਤਾ। ਪੂਰੀ ਫਿਲਮ ਦੇ ਵਿੱਚ ਲੰਬੇ ਵਾਲ ਨੇ, ਲੈਂਸ ਵਗੈਰਾ ਪਹਿਨੇ ਹੋਏ ਨੇ, ਦਾੜੀ ਦਾ ਸਟਾਈਲ ਵੱਖਰਾ ਜੀ। ਕਿਉਂਕਿ ਜਦ ਤੁਸੀਂ ਕੋਈ ਫਿਲਮ ਦੇਖਦੇ ਹੋ, ਫਿਲਮ ਦੇ ਕਿਰਦਾਰ, ਉਹ ਫਿਲਮ ਦੀ ਸਾਰਾ ਜਿਹੜਾ ਮਾਹੌਲ ਉਹ ਬਲੀਵੇਬਲ ਜ਼ਰੂਰ ਲੱਗਣਾ ਚਾਹੀਦਾ ਜੀ। ਤੇ ਜੋ ਨਹੀਂ ਲੱਗੇਗਾ ਤਾਂ ਫਿਰ ਅਸੀਂ ਫੇਲ ਹੋ ਜਾਵਾਂਗੇ, ਫਿਰ ਤਾਂ ਨਾਰਮਲ ਤੁਹਾਨੂੰ ਹਰਭਜਨ ਮਾਨ ਨਜ਼ਰ ਆ ਰਿਹਾ ਹੈ ਜੀ। ਜੀ ਬਿਲਕੁਲ ਅਸੀਂ ਕਹਿੰਦੇ ਹਾਂ ਬਿਲੀਵੇਬਲ ਹੈ, ਕਿਉਂਕਿ ਹੁਣ ਜਿਵੇਂ ਇੱਕ ਕੰਪੈਰੀਜ਼ਨ ਹੋ ਰਿਹਾ ਹਾਲੀਵੁੱਡ ਫਿਲਮਾਂ ਦੇ ਨਾਲ, ਕਿਹਾ ਜਾ ਰਿਹਾ ਹੈ ਕਿ ਹਾਲੀਵੁੱਡ ਲੈਵਲ ਦੀ ਇੱਕ ਫਿਲਮ ਆ ਰਹੀ ਹੈ, ਉਸੇ ਤਰ੍ਹਾਂ ਤੁਸੀਂ ਕੁਝ ਸਪੈਸ਼ਲ ਟੈਕਨੀਕਸ ਵੀ ਫਿਲਮ ਯੂਜ਼ ਕੀਤੀਆਂ। ਮੇਰੀ ਖੁਸ਼ਕਿਸਮਤੀ ਜੀ ਕਿ ਇਸ ਵਾਰ ਜੋ ਪ੍ਰੋਡਿਊਸਰ ਸਾਡੇ ਨਾਲ ਨੇ ਸਾਗਾ ਯੂਨੀਸਿਸ, ਉਹ ਪਹਿਲੇ ਦਿਨ ਤੋਂ ਇੱਕੋ ਚੀਜ਼ ਨੂੰ ਲੈ ਕੇ ਚੱਲੇ ਸੀ ਕਿ ਅਸੀਂ ਇਹ ਫਿਲਮ ਆ ਜਿਹੜੀ ਇਹ ਫਿਲਮ ਹੋਏਗੀ, ਇਹ ਨਹੀਂ ਕਿਹਾ ਜਾਏਗਾ ਕਿ ਪੰਜਾਬੀ ਫਿਲਮ ਆ ਤਾਂ ਪੰਜਾਬੀ ਫਿਲਮਾਂ ਦੀ ਲੁੱਕ ਦਾ ਕੋਈ ਗੱਲ ਨਹੀਂ, ਉਹ ਤੇ ਕੰਪਰੋਮਾਈਜ਼, ਲੋਕੇਸ਼ਨਸ ਤੇ ਕੰਪਰੋਮਾਈਜ਼ ਹੈ, ਉਹਦੀ ਮੇਕਿੰਗ ਤੇ ਕੰਪਰੋਮਾਈਜ਼ ਕੀਤਾ ਜਾਂਦਾ। ਸੋ ਇਹ ਫਿਲਮ ਆਈ ਐਮ ਗਲੈਡ ਕਿ ਜਿਸ ਦਿਨ ਦਾ ਟ੍ਰੇਲਰ ਆਇਆ ਸਭ ਕਹਿ ਰਹੇ ਜੀ ਕਿ ਤਾਂ ਬਾਲੀਵੁੱਡ ਹਾਲੀਵੁੱਡ ਦੀ ਫਿਲਮ ਲੱਗਦੀ ਹੈ ਬਲਕਿ। ਸੋ ਉਹਦੇ ਤੇ ਬਹੁਤ ਮਿਹਨਤ ਹੋਈ ਹੈ ਜੀ, ਉਹਦੀ ਮੇਕਿੰਗ ਤੇ ਬਹੁਤ ਜੀ ਜਾਨ ਦੇ ਨਾਲ ਕੰਮ ਕੀਤਾ ਗਿਆ। ਸੋ ਆਈ ਹੋਪ ਕਿ ਜਿਸ ਸ਼ਿੱਦਤ ਨਾਲ, ਜਿਸ ਕਮਿਟਮੈਂਟ ਦੇ ਨਾਲ, ਜਿਨ੍ਹਾਂ ਗੋਲਸ ਨੂੰ ਅਸੀਂ ਦਿਮਾਗ ਵਿੱਚ ਰੱਖ ਕੇ ਅਸੀਂ ਪੰਜਾਬੀ ਸਿਨੇਮੇ ਨੂੰ ਬਕਾਇਦਾ ਇੱਕ ਨੈਕਸਟ, ਜਿਸ ਤਰ੍ਹਾਂ GI ਨੂੰ ਨੇ ਸਭ ਕੁਝ ਚੇਂਜ ਕੀਤਾ ਸੀ, ਇਹ ਫਿਲਮ ਵੀ ਜ਼ਰੂਰ ਚੇਂਜ ਕਰੇਗੀ ਜੀ। ਜੀ ਬੇਸ਼ੱਕ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਇਹ ਫਿਲਮ ਪੰਜਾਬੀ ਸਿਨੇਮਾ ਨੂੰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾਏ। ਤੁਸੀਂ ਸਾਡੇ ਨਾਲ ਉਹ ਫਿਲਮ ਦੇ 뮤직 ਦੀ ਗੱਲ ਨਾ ਕਰੀਏ ਤਾਂ ਬਣਦਾ ਹੀ ਨਹੀਂ। ਫਿਲਮ ਦੇ ਵਿੱਚ ਗਾਣੇ ਇਸ ਵਾਰ ਕਮ ਨੇ ਜੀ, ਮੇਰਾ ਖਿਆਲ ਮੇਰੀ ਕੋਈ ਪਹਿਲੀ ਫਿਲਮ ਹੋਏਗੀ ਜਿਹਦੇ ਵਿੱਚ ਇੰਨੇ ਥੋੜੇ ਗਾਣੇ ਨੇ, ਕਮ ਗਾਣੇ ਨੇ। 2 ਗਾਣੇ ਜੈਦੇਵ ਕੁਮਾਰ ਹੋਰਾਂ ਦੇ ਨੇ ਤੇ 1 ਗਾਣਾ ਪਹਿਲੀ ਵਾਰ ਕੋਲੈਬੋਰੇਸ਼ਨ ਜਿਹੜੀ ਉਹ ਡਾਕਟਰ ਜ਼ੂਸ ਹੋਰਾਂ ਦੀ ਹੈ ਜੀ। ਸੋ ਪਰ ਗਾਣੇ ਬਹੁਤ ਖੂਬਸੂਰਤ ਨੇ ਔਰ ਫਿਲਮ ਦੇ ਵਿੱਚ ਇਸ ਤਰ੍ਹਾਂ ਆਉਣਗੇ ਕਿ ਜਿਸ ਤਰ੍ਹਾਂ ਕੋਈ ਸੀਨ ਚੱਲ ਰਿਹਾ ਫਿਲਮ ਦਾ ਜੀ। ਜੀ ਇਸ ਫਿਲਮ ਦੇ ਗਾਣਿਆਂ ਦੀ ਛੋਟੀ ਜਿਹੀ ਝਲਕ ਦੇ ਸਕਦੇ ਹੋ ਸਾਡੇ ਦਰਸ਼ਕਾਂ ਨੂੰ? ਫਿਲਮ ਦੇ ਵਿੱਚ ਇੱਕ ਗਾਣਾ ਜੋ ਨਿੱਜੀ ਤੌਰ ਤੇ ਮੈਨੂੰ ਬਹੁਤ ਪਸੰਦ ਹੈ ਜੀ, ਕਿ ਜਿਉਂਦਾ ਰਹਿ ਲੰਮੀਆਂ ਉਮਰਾਂ ਜੀਵੇ ਪਰਦੇਸੀਆ, ਤੇਰੇ ਬਿਨ ਸਾਡਾ ਜੀਣਾ ਕੀਵੇ ਪਰਦੇਸੀਆ, ਜਦ ਵੀ ਅਸਮਾਨਾਂ ਉੱਤੇ ਕੂੰਜਾਂ ਕਰਲਾਉਂਦੀਆਂ, ਮੁੜ ਮੁੜ ਕੇ ਯਾਦਾਂ ਸੋਹਣੇ ਸੱਜਣਾ ਦੀਆਂ ਆਉਂਦੀਆਂ, ਮੁੜ ਮੁੜ ਕੇ ਯਾਦਾਂ। ਜੀ ਬਹੁਤ ਖੂਬ ਜੀ, ਤੁਸੀਂ ਆਪਣੀ ਇਸ ਫਿਲਮ ਸੰਬੰਧੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦ ਬੈਸਟ ਫॉर द ਫਿਲਮ। ਥੈਂਕ ਯੂ ਜੀ, ਮਿਹਰਬਾਨੀ ਜੀ। ਐਲਬਰਟਾ ਦੇ ਕੈਲਗਰੀ ਸ਼ਹਿਰ ਵਿਖੇ ਖਾਲਸਾ ਦੇ 316ਵੇਂ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿੱਚ ਵੱਡੀ ਤਾਦਾਦ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਥਾਂ-ਥਾਂ ਤੇ ਲੰਗਰ ਵੀ ਲਗਾਏ ਗਏ। ਇੰਜ ਲੱਗ ਰਿਹਾ ਸੀ ਜਿਵੇਂ ਮਨੋ ਪੂਰਾ ਕੈਲਗਰੀ ਸ਼ਹਿਰ ਖਾਲਸਾਈ ਰੂਪ ਵਿੱਚ ਰੰਗਿਆ ਗਿਆ ਹੋਵੇ। ਖਾਲਸੇ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਸਾਰੀ ਦੁਨੀਆ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵੱਖ-ਵੱਖ ਦੇਸ਼ਾਂ ਦੇ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਹਨ। ਇਸੇ ਹੀ ਤਰ੍ਹਾਂ ਕੈਨੇਡਾ ਦੇ ਸਭ ਤੋਂ ਪੁਰਖ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਸਜਾਏ ਜਾਂਦੇ ਰਹਿਣਗੇ। ਸੰਗਤਾਂ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਰਹਿਣਗੀਆਂ। ਕੈਮਰਾਮੈਨ ਰਣਜੀਤ ਹੰਸ ਦੇ ਨਾਲ ਗੁਰਪ੍ਰੀਤ ਸਿੰਘ ਮਾੜੀ ਮੇਗਾ, ਕੈਲਗਰੀ, ਕੈਨੇਡਾ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਕਰਾਵਾਂਗੇ ਮੁਲਾਕਾਤ ਇੱਕ ਖਾਸ ਸ਼ਖਸੀਅਤ ਦੇ ਨਾਲ। ਤੁਸੀਂ ਬਣੇ ਰਹੋ ਸਾਡੇ ਨਾਲ।
ਮਈ ਨੂੰ ਪੂਰੇ ਵਰਲਡ ਵਿੱਚ ਮਦਰਸ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਤੇ ਦੁਨੀਆ ਭਰ ਵਿੱਚ ਕਈ ਸਮਾਗਮ ਵੀ ਆਯੋਜਿਤ ਕੀਤੇ ਜਾਂਦੇ ਨੇ। ਬੀਤੇ ਦਿਨੀ ਵੈਂਕੂਵਰ ਵਿਖੇ ਮਦਰਸ ਡੇ ਮੌਕੇ ਇੱਕ ਖਾਸ ਇਵੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਦਰਸ ਦੇ ਕਈ ਕੰਟੈਸਟ ਵੀ ਕਰਵਾਏ ਗਏ। ਇਸ ਸਮਾਗਮ ਵਿੱਚ ਵੱਖ-ਵੱਖ ਸਟਾਲਸ ਵੀ ਲਗਾਏ ਗਏ ਸਨ। ਸੰਸਾਰ ਭਰ ਵਿੱਚ ਮਦਰਸ ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸੰਸਾਰ ਭਰ ਦੀ ਗੱਲ ਕਰੀਏ ਤਾਂ BC ਦਾ ਸਰੀ ਸ਼ਹਿਰ ਕਿਵੇਂ ਪਿੱਛੇ ਰਹਿ ਸਕਦਾ ਹੈ। ਸਰੀ ਸ਼ਹਿਰ ਵਿੱਚ ਵੀ ਵੱਖ-ਵੱਖ ਥਾਵਾਂ ਤੇ ਮਦਰਸ ਡੇ ਮਨਾਇਆ ਗਿਆ। ਮਦਰਸ ਡੇ ਲਈ ਅਸੀਂ ਥੋੜਾ ਜਿਹਾ ਕੁਝ ਡਿਫਰੈਂਟ ਕਰਨਾ ਮੰਗਦੇ ਸੀਗੇ। instead of like a typical go out for dinner and we thought that let's make it something special for the moms, something that they would really enjoy. So we put together all the things that moms like to do. So shopping, eating fine food and like enjoyment of entertainment. I think this is amazing because a mother is who brings you into the world, and they had it on Mother's Day. So it's so nice to see all the moms here and the ladies and the kids. It's an amazing event and they did such a wonderful job with them. So proud of everybody. It's so nice for our community. ਮਦਰਸ ਡੇ ਈਵੈਂਟ ਮੌਕੇ ਲੇਡੀਜ਼ ਨੂੰ ਲੁਭਾਉਣ ਲਈ ਗਹਿਣਿਆਂ, ਕੱਪੜਿਆਂ ਅਤੇ ਮੇਕਅਪ ਦੇ ਵੱਖ-ਵੱਖ ਸਟਾਲ ਵੀ ਲਾਏ ਗਏ ਅਤੇ ਡਾਂਸ ਪਰਫਾਰਮੈਂਸ ਵੀ ਹੋਈਆਂ। So far it's been really nice. We've met a lot of new people. It's been really nice meeting new ladies, new customers, and overall the event has done really well. They did a really good job with decoration, food, and the hall is beautifully decorated. Yeah. ਸਰੀ ਦੇ ਵਿੱਚ ਜਗ੍ਹਾ ਜਗ੍ਹਾ ਤੇ ਇਕੱਠ ਹੋਇਆ ਹੈ। ਲੋਕ ਆਪਣੀਆਂ ਮੰਮੀਆਂ ਨੂੰ, ਆਪਣੀਆਂ ਮਾਤਾਵਾਂ ਨੂੰ, ਆਪਣੀਆਂ ਸੱਸਾਂ ਨੂੰ ਫੈਮਿਲੀ ਨਾਲ ਲੈ ਕੇ ਆਏ ਨੇ। ਇੱਥੇ ਵੀ ਅੱਜ ਸਮਾਗਮ ਚੱਲ ਰਿਹਾ, ਪ੍ਰੋਗਰਾਮ ਹੋ ਰਿਹਾ। ਸਾਰੇ ਅਸੀਂ ਰਲ ਮਿਲ ਕੇ ਮਦਰਸ ਡੇ ਸੈਲੀਬ੍ਰੇਟ ਕਰ ਰਹੇ ਹਾਂ। ਖਾਸ ਗੱਲ ਹੈ ਕਿ ਅੱਜ ਦੇ ਦਿਨ ਘੱਟ ਤੋਂ ਘੱਟ ਮਾਵਾਂ ਨੂੰ ਉਹ ਮਾਣ ਸਤਿਕਾਰ ਮਿਲ ਜਾਂਦਾ ਜਿਹਦੇ ਉਹ ਹੱਕਦਾਰ ਨੇ। ਇਹ ਤਾਂ ਹਰ ਰੋਜ਼ ਹੋਣਾ ਚਾਹੀਦਾ, ਪਰ ਫਿਰ ਵੀ ਕੈਨੇਡੀਅਨ ਲਾਈਫ ਬਿਜ਼ੀ ਲਾਈਫ ਹੈ। ਐਟਲੀਸਟ ਇੱਕ ਦਿਨ ਬੱਚੇ ਕੱਢ ਕੇ ਆਪਣੀ ਮਾਂ ਦੇ ਨਾਲ, ਆਪਣੀ ਫੈਮਿਲੀ ਦੇ ਨਾਲ ਆਪਾਂ ਬਹਿੰਦੇ ਹਾਂ, ਖੁਸ਼ੀਆਂ ਮਨਾਉਂਦੇ ਹਾਂ, ਨੱਚਦੇ ਹਾਂ, ਗਾਉਂਦੇ ਹਾਂ। ਸੋ ਅੱਜ ਬੜੀ ਇਹ ਸੁਹਾਗੀ ਘੜੀ ਹੈ, ਬੜਾ ਅੱਛਾ ਦਿਨ ਹੈ ਔਰ ਸਾਰੇ ਸਰੀ ਦੇ ਵਿੱਚ ਇੱਥੇ ਲੋਕ ਇਕੱਠੇ ਹੋਏ ਨੇ ਔਰ ਮਦਰਸ ਡੇ ਮਨਾ ਰਹੇ ਨੇ। ਅਸੀਂ ਅੱਜ ਸਾਰੇ ਇਕੱਠੇ ਹੋਏ ਸੀ ਆਪਣੇ ਘਰ ਔਰ ਮੈਂ ਆਪਣੀ ਮਦਰ ਔਰ ਮੇਰੀ ਸਿਸਟਰ ਸਾਰੇ ਇਕੱਠੇ ਹੋ ਕੇ ਅਸੀਂ ਅੱਜ ਕੇਕ ਕੱਟਿਆ ਔਰ ਅਸੀਂ ਮਦਰ ਡੇ ਮਨਾਇਆ। ਮੇਰੇ ਬੱਚੇ ਮੇਰੇ ਨਾਲ ਬਹੁਤ ਪਿਆਰ ਕਰਦੇ ਆ ਔਰ ਮੇਰੇ ਬੱਚਿਆਂ ਨੇ ਮੈਨੂੰ ਗਿਫਟ ਦਿੱਤੇ। As a Mother's Day, we are very happy to be here all together in our culture. So मेरा बेटा मुझे आज लेके आया है, आज मेरे हस्बैंड मुझे लेके आए हैं। हम हैप्पी मदर्स डे सेलिब्रेट कर रहे हैं और मैं अपनी मॉम को ही बहुत मिस कर रही हूँ। शी इज़ इन इंडिया, सो आई जस्ट मिस हर एंड हैप्पी मदर्स डे टू ऑल ऑफ यू। ਵੈਸੇ ਤਾਂ ਮਾਂ-ਬਾਪ ਨੂੰ ਹਮੇਸ਼ਾ ਹੀ ਯਾਦ ਕਰਨਾ ਚਾਹੀਦਾ ਹੈ, ਪਰ ਅੱਜ ਦੇ ਕਮਰਸ਼ੀਅਲ ਯੁੱਗ ਵਿੱਚ ਬੱਚਿਆਂ ਵੱਲੋਂ ਆਪਣੇ ਮਾਂ-ਬਾਪ ਨੂੰ ਗਿਫਟ ਦੇ ਕੇ ਪਿਆਰ ਦਾ ਇਜ਼ਹਾਰ ਕੀਤਾ ਜਾਂਦਾ ਹੈ ਅਤੇ ਮਾਂ-ਬਾਪ ਤੋਂ ਆਸ਼ੀਰਵਾਦ ਲਿਆ ਜਾਂਦਾ ਹੈ। ਕੈਮਰਾਮੈਨ ਸ਼ਾਮ ਸ਼ਰਮਾ ਦੇ ਨਾਲ ਅਮਰਿਤਜੀਤ ਸਿੰਘ, PTC ਨਿਊਜ਼, ਸਰੀ, ਕੈਨੇਡਾ। ਬੀਤੇ ਦਿਨੀ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਕੈਨੇਡਾ ਦੌਰੇ ਤੇ ਸਨ। ਇਸ ਮੌਕੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਉਹਨਾਂ NRIs ਨਾਲ ਖਾਸ ਗੱਲਬਾਤ ਕੀਤੀ ਤੇ ਉਹਨਾਂ ਨੂੰ ਬੈਕ ਹੋਮ ਆਪਣੇ ਪਿੰਡ ਅਤੇ ਇਲਾਕੇ ਲਈ ਕੁਝ ਕਰਨ ਲਈ ਪ੍ਰੇਰਿਆ। ਪੇਸ਼ ਹੈ ਇੱਕ ਖਾਸ ਮੁਲਾਕਾਤ ਪ੍ਰਗਟ ਸਿੰਘ ਦੇ ਨਾਲ। ਆਪਾਂ ਭਾਵੇਂ ਪੰਜਾਬ ਤੋਂ, ਹਿੰਦੁਸਤਾਨ ਤੋਂ ਹਜ਼ਾਰਾਂ ਮੀਲ ਦੂਰ ਆ ਗਏ, ਪਰ ਸਭ ਦਾ ਧਿਆਨ ਪਿੱਛੇ ਰਹਿੰਦਾ ਕਿ ਸਾਡੇ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਉਹਦੀ ਜਾਣਕਾਰੀ ਦੇਣ ਲਈ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਹਾਜ਼ਰ ਨੇ ਸਾਬਕਾ ਓਲੰਪੀਅਨ, ਹਲਕਾ ਜਲੰਧਰ ਕੈਂਟ ਦੇ ਵਿਧਾਇਕ ਪਦਮ ਸ਼੍ਰੀ ਸਰਦਾਰ ਪ੍ਰਗਟ ਸਿੰਘ। ਪਿਛਲੇ 6-7 ਸਾਲ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਦੋਂ ਤੋਂ ਅਕਾਲੀ ਸਰਕਾਰ ਆਈ ਆ, ਜਿਹੜਾ ਸਿੰਥੈਟਿਕ ਡਰੱਗ ਤੇ ਜਿਹੜੀ ਹੈ ਹੀਰੋਇਨ ਵਗੈਰਾ ਇਹਦਾ ਚੱਲਿਆ ਕੰਮ, ਜਿਹਦੇ ਨਾਲ ਨੌਜਵਾਨ ਜਿਹੜੇ ਬਹੁਤ ਵੱਡੇ ਪੱਧਰ ਤਬਾਹ ਹੋ ਰਹੇ ਨੇ, ਇਹਨੂੰ ਰੋਕਣ ਵਾਸਤੇ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕ ਰਹੀ ਲੱਗ ਰਿਹਾ। ਨਹੀਂ, ਦੇਖੋ ਜਿਹੜੀ ਡਰੱਗਸ ਦੀ ਗੱਲ ਹੈਗੀ ਆ, ਮੈਂ ਇਹ ਨਹੀਂ ਕਹਿੰਦਾ ਵੀ ਅਕਾਲੀ ਦਲ ਦੇ ਸਮੇਂ ਆਈ ਆ ਜਾਂ ਕਾਂਗਰਸ ਦੇ ਸਮੇਂ ਆਈ ਆ। ਡਰੱਗ ਤਾਂ ਹੈਗੀ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਟ ਕੀ ਸਾਡਾ ਜਿਹੜੇ ਨਵੀਂ ਪੀੜ੍ਹੀ ਦੀ ਸੋਚ ਹੈ, ਜਿਹੜਾ ਯੂਥ ਹੈ, ਉਹਨੂੰ ਪ੍ਰੈਕਟੀਕਲ ਰੂਪ 'ਚ ਲੈ ਕਿੱਦਾਂ ਰਿਹਾ? ਕਿਉਂਕਿ ਸਾਡੀ ਇੱਕ ਹੋਰ ਸਮੱਸਿਆ ਹੈਗੀ ਵੀ ਅਸੀਂ ਜਿੱਦਾਂ ਨਹੀਂ ਮੱਛੀ ਪੱਥਰ ਚੱਟ ਕੇ ਮੁੜਦੀ ਆ, ਅਸੀਂ ਸਿਰੇ ਲਾ ਕੇ ਮੁੜਦੇ ਕਿਸੇ ਵੀ ਕੰਮ ਨੂੰ, ਕਿਉਂਕਿ ਐਗਰੈਸ਼ਨ ਹੈਗੀ ਆ। ਉਸ ਐਗਰੈਸ਼ਨ ਕਰਕੇ ਸਾਡਾ ਜਿਹੜਾ ਕਿਤੇ ਨਾ ਕਿਤੇ ਥਾਟ ਪ੍ਰੋਸੈਸ ਆ, ਕਿਉਂਕਿ ਸਪੀਡ ਆ ਗਈ ਲਾਈਫ ਦੇ ਵਿੱਚ, ਸਪੀਡ ਆਉਣ ਕਰਕੇ ਅਸੀਂ ਮੈਚ ਕਰ ਨਹੀਂ ਪਾ ਰਹੇ। ਜ਼ਮੀਨ ਹੋਲਡਿੰਗਸ ਘੱਟ ਹੋ ਗਈਆਂ, ਕਿਤੇ ਨਾ ਕਿਤੇ ਰੁਜ਼ਗਾਰ ਦੀ ਵੀ ਸਮੱਸਿਆ ਹੈਗੀ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਟ ਉਹਦੇ ਨਾਲ ਜਿਹੜਾ ਕਮਜ਼ੋਰੀ ਆਈ ਨਾ, ਜਿਹੜੀ ਅਸਲੀ ਮੈਂ ਸਮਝਦਾ ਜਿਹੜੀ ਮਾਨਸਿਕ ਤੌਰ 'ਤੇ ਕਮਜ਼ੋਰੀ ਆਈ ਆ, ਉਹ ਸਾਡਾ ਰੀਅਲ ਵੀਕਨੈਸ ਆ। ਤੁਸੀਂ ਆਪ ਓਲੰਪੀਅਨ ਰਹੇ ਜੇ, ਪੰਜਾਬ ਸਰਕਾਰ ਦੇ ਵਿੱਚ ਡਾਇਰੈਕਟਰ ਸਪੋਰਟਸ ਰਹੇ ਜੇ,
ਜਿਹੜੇ ਕੰਮ ਤੁਸੀਂ ਉਦੋਂ ਸ਼ੁਰੂ ਕੀਤੇ ਸੀ ਤੁਹਾਨੂੰ ਲੱਗਦਾ ਵੀ ਤੁਹਾਡੇ ਤੋਂ ਬਾਅਦ ਉਹ ਅੱਗੇ ਚੱਲ ਰਹੇ ਜਾਂ ਕਿਸ ਤਰ੍ਹਾਂ ਦੀ ਸਥਿਤੀ ਉੱਥੇ? ਦੇਖੋ ਸਰਕਾਰ ਦੀ ਕੋਸ਼ਿਸ਼ ਤਾਂ ਹੈਗੀ ਆ ਵੀ, ਪਰ ਉਹਦੇ ਤੇ ਐਗਜ਼ੀਕਿਊਸ਼ਨ ਕਿੰਨੀ ਕੁ ਹੋ ਸਕਦੀ ਆ ਇਹ ਤਾਂ ਹੁਣ, ਕਿਉਂਕਿ ਉਸ ਸਿਸਟਮ ਦੇ ਵਿੱਚ ਜਿਹੜਾ ਡਾਇਰੈਕਟਰ ਹੈਗੇ ਆ ਜਾਂ ਸੈਕਟਰੀ ਹੈਗੇ ਆ ਜਾਂ ਮਹਿਕਮਾ ਹੈਗਾ ਉਹਨਾਂ ਨੂੰ ਹੀ ਦੇਖਣਾ ਚਾਹੀਦਾ, ਕਿਉਂਕਿ ਜਿਹੜੀ ਗੱਲ ਗਰਾਊਂਡ ਰਿਐਲਿਟੀ ਤੱਕ ਜਾਣੀ ਚਾਹੀਦੀ ਆ ਤਾਂ ਮੈਂ ਸਮਝਦਾ ਕਿਤੇ ਨਾ ਕਿਤੇ ਉਹਦੇ ਵਿੱਚ ਕਮੀ ਤਾਂ ਹੈਗੀ ਆ। ਕਿਉਂਕਿ ਇਨਸਪਾਈਟ ਕਿ ਸਾਡਾ ਬਜਟ ਵੀ ਵਧਿਆ ਆ, ਇਨਸਪਾਈਟ ਕਿ ਅਸੀਂ ਜਿਹੜੀ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਹੁਣ ਖੋਲ੍ਹ ਰਹੇ ਹਾਂ, ਪਰ ਬੇਸ ਜਿਹੜਾ ਆ ਸਾਡਾ ਉਹ ਕਿਤੇ ਨਾ ਕਿਤੇ ਸ਼ਰਿੰਕ ਹੋਇਆ। ਤੁਸੀਂ ਹੁਣ ਕੈਨੇਡਾ ਦੌਰੇ 'ਤੇ ਆਏ ਜੇ, ਸਾਡੇ ਪ੍ਰਵਾਸੀਆਂ ਵਾਸਤੇ ਤੁਸੀਂ ਪੰਜਾਬ ਸਰਕਾਰ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ ਮੈਂ ਤਾਂ ਇੱਕੋ ਹੀ ਕਹਿ ਲਓ ਕਿ ਰਿਕੁਐਸਟ ਕਰਨੀ ਚਾਹੁੰਦਾ ਪੰਜਾਬ ਸਰਕਾਰ ਵੱਲੋਂ, ਪੰਜਾਬ ਵੱਲੋਂ, ਪੰਜਾਬੀਅਤ ਵੱਲੋਂ, ਕਿ ਆਪਣਾ ਪਿੰਡ ਜੇ ਆਪਾਂ ਅਡਾਪਟ ਕਰ ਲਈਏ, ਕਿਉਂਕਿ ਅਸੀਂ ਕਈ ਵਾਰੀ ਬਹੁਤ ਖੇਡ ਮੇਲੇ ਵੀ ਕਰਾਉਂਦੇ ਹਾਂ, ਹੋਰ ਵੀ ਕਈ ਕੰਮ ਕਰਦੇ ਹਾਂ, ਪਰ ਰੈਗੂਲਰ ਸਪੋਰਟਸ ਦੇ ਵਿੱਚ ਜੇ ਨੌਜਵਾਨਾਂ ਨੂੰ ਜੋੜ ਦਈਏ, ਆਪਣੇ ਪਿੰਡ ਦੇ ਨੌਜਵਾਨਾਂ ਨੂੰ ਜੋੜ ਦਈਏ ਤਾਂ ਇੱਕ ਬਹੁਤ ਵੱਡਾ ਹਲਾਰਾ ਜਿਹੜਾ ਉਹ ਮਿਲ ਸਕਦਾ ਸਾਡੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਨੂੰ ਬਰਬਾਦ ਹੋਣ ਤੋਂ ਰੋਕਣ ਲਈ। ਕਿਉਂਕਿ ਕਈ ਪਿੰਡਾਂ ਦੇ ਵਿੱਚ ਇਹ ਵੀ ਸਮੱਸਿਆ ਆਉਂਦੀ ਆ, ਕਈ ਮੈਨੂੰ NRI ਇਹ ਵੀ ਮਿਲਦੇ ਹੈਗੇ ਆ, ਉਹ ਇਹ ਕਹਿੰਦੇ ਜੀ ਵੀ ਸਾਡੀ ਉੱਥੇ ਗੱਲ ਨਹੀਂ ਕੋਈ ਸੁਣਦਾ ਜਾਂ ਸਾਡੇ ਕਈ ਵਾਰੀ ਵਿਰੋਧ ਕਰਦੇ ਆ, ਕਿਉਂਕਿ ਹਰ ਬੰਦੇ ਦੀ ਇੱਕ ਅਲੱਗ-ਅਲੱਗ ਮਾਨਸਿਕਤਾ ਹੈਗੀ ਆ। ਜੇ ਆਪਾਂ ਚੰਗਾ ਕੰਮ ਕਰਨਾ ਤੇ ਫਿਰ ਸਾਨੂੰ ਇਹ ਮਾੜੀਆਂ ਚੀਜ਼ਾਂ ਸੋਚਣੀਆਂ ਹੀ ਨਹੀਂ ਚਾਹੀਦੀਆਂ। ਉਹਨਾਂ ਦਾ ਜੇ ਕਿਤੇ ਮਾੜਾ ਮੋਟਾ ਵਿਰੋਧ ਵੀ ਹੁੰਦਾ ਉਹਨਾਂ ਨੂੰ ਕਹੋ ਭਾਈ ਮੈਂ ਤਾਂ ਚੰਗਾ ਕੰਮ ਕਰਨਾ ਆ, ਕਿਉਂਕਿ ਉਹਨਾਂ ਦਾ ਥਾਟ ਪ੍ਰੋਸੈਸ ਦੇ ਮਗਰ ਜੇ ਆਪਾਂ ਚੱਲਾਂਗੇ ਤਾਂ ਫਿਰ ਸ਼ਾਇਦ ਆਪਾਂ ਉਹ ਨਹੀਂ ਕਰ ਪਾਵਾਂਗੇ। ਸੋ ਜੇ ਆਪਣੇ ਪਿੰਡ ਨੂੰ, ਮੇਰਾ ਖਿਆਲ ਹੈ ਵੀ ਕੋਈ ਪੰਜਾਬ ਦਾ ਇਹੋ ਜਿਹਾ ਪਿੰਡ ਨਹੀਂ ਹੋਣਾ ਜਿਹਦੇ ਵਿੱਚ ਕੋਈ ਨਾ ਕੋਈ NRI ਬਾਹਰ ਨਾ ਬੈਠਾ ਹੋਵੇ। ਇਨਸਟੈਡ ਕਿ ਉਹ ਮੇਲੇ ਕਰਾਉਣ ਤੋਂ ਇੱਕ ਰੈਗੂਲਰ ਸਪੋਰਟਸ ਦਾ ਸੈਂਟਰ ਕਿਸੇ ਵੀ ਗੇਮ ਦਾ, ਚਾਹੇ ਉਹ ਫੁੱਟਬਾਲ ਹੈ, ਚਾਹੇ ਉਹ ਹਾਕੀ ਆ, ਚਾਹੇ ਕਬੱਡੀ ਆ, ਬਾਸਕਟਬਾਲ, ਜਿਹੜਾ ਵੀ ਉਸ ਪਿੰਡ ਦਾ ਸ਼ੌਕ ਹੈਗਾ ਉਹਦੇ ਵਿੱਚ ਨੌਜਵਾਨਾਂ ਨੂੰ ਲਾ ਦਈਏ। ਕਿਉਂਕਿ ਦੇਖੋ ਜਿਹੜਾ ਹੱਥੀਂ ਕੰਮ ਕਰੂਗਾ ਤਕੜਾ ਤਾਂ ਉਹੀ ਹੋਊਗਾ। ਮਸ਼ੀਨੀ ਆ ਗਿਆ ਸਾਰਾ ਸਿਸਟਮ, ਕਿਤੇ ਨਾ ਕਿਤੇ ਉਹਦੇ ਵਿੱਚੋਂ ਅਸੀਂ ਆਪਣੀ ਸਿਹਤ ਵੱਲੋਂ ਵਾਂਝੇ ਰਹਿ ਰਹੇ ਹਾਂ। ਜੇ ਅਸੀਂ ਇਹਦੇ ਵੱਲ ਲਾ ਦਾਂਗੇ, ਐਨਰਜੀ ਬਹੁਤ ਹੈ, ਬਹੁਤ ਪੈਸੇ ਵੀ NRIs ਬਹੁਤ ਖਰਚਦੇ ਆ, ਪਰ ਇਸ ਕੰਮ ਤੇ ਜੇ ਖਰਚ ਦਈਏ ਤਾਂ ਮੇਰਾ ਖਿਆਲ ਹੈ ਪੰਜਾਬ ਦਾ ਬਹੁਤ ਵੱਡਾ ਭਲਾ ਹੋ ਸਕਦਾ। ਜਿਸ ਤਰ੍ਹਾਂ ਸਰਦਾਰ ਪ੍ਰਗਟ ਸਿੰਘ ਨੇ ਕਿਹਾ ਕਿ ਹਰ NRI ਨੂੰ ਆਪਣੇ ਪਿੰਡ ਵਾਸਤੇ, ਆਪਣੇ ਇਲਾਕੇ ਵਾਸਤੇ, ਉਸ ਦੇ ਸੁਧਾਰ ਵਾਸਤੇ ਅੱਗੇ ਆਉਣਾ ਚਾਹੀਦਾ। ਅਸੀਂ ਆਸ ਕਰਦੇ ਹਾਂ ਕਿ ਜ਼ਰੂਰ ਲੋਕ ਆਪਣੇ ਪਿੰਡ ਦੇ ਸੁਧਾਰ ਵਾਸਤੇ ਅੱਗੇ ਆ ਕੇ ਉੱਥੇ ਸਹੂਲਤਾਂ ਪ੍ਰਦਾਨ ਕਰਨ ਦੇ ਵਿੱਚ ਸਹਾਇਤਾ ਕਰਨਗੇ। ਗੁਰਪ੍ਰੀਤ ਸਿੰਘ ਮਾੜੀ ਮੇਗਾ, PTC ਨਿਊਜ਼, ਕੈਲਗਰੀ, ਕੈਨੇਡਾ। ਸੋ ਇਸ ਖਬਰ ਦੇ ਨਾਲ ਹੀ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਦੇ ਨਾਲ ਕਿ ਅਗਲੇ ਹਫਤੇ NRI ਵਰਡ ਦੀ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਮਿਲਾਂਗੇ ਨੈਕਸਟ ਵੀਕ। ਟਿਲ ਦੈਨ, ਗੁੱਡ ਬਾਏ ਐਂਡ ਟੇਕ ਕੇਅਰ।